ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ ਨਾ ਕਹੂੰ ਜੋਗ। ਪਰਮੇਸ਼ਰ ਤੇ ਭੁੱਲਿਆਂ, ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਬਿਜੋਗ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੇ, ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਬੜ ਭਾਗੀ ਮੇਰਾ ਪ੍ਰਭ ਮਿਲੇ, ਤਾਂ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਜੁਗੋ ਜੁਗ ਅਟਲ ਚਵਰ ਸ਼ਬਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਦੇ ਪਾਸ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਣੋ। ਸੋ ਆਓ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ 12 ਮਾਹਾਂ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਕੱਤਕ ਦਾ ਮਹੀਨਾ ਆਰੰਭ ਹੋਇਆ ਤੇ ਜਿਹੜੇ ਕਰਮ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਕਰਦਾ ਹੈ, ਇਹਨਾਂ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਭੁਗਤਣਾ ਪੈਣਾ ਹੈ। ਆਪਣੀ ਜ਼ਬਾਨ ਤੋਂ ਕਦੀ ਕਿਸੇ ਤੇ ਦੋਸ਼ ਨਾ ਲਗਾ ਕਿ ਕਰਮ ਮੈਂ ਕਰਾਂ ਤੇ ਫਲ ਕੋਈ ਹੋਰ ਭੁਗਤੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਰਿਆ ਕਿ ਜਦੋਂ ਮਨੁੱਖ ਪ੍ਰਮਾਤਮਾ ਦੇ ਚਰਨਾਂ ਤੋਂ ਟੁੱਟ ਜਾਵੇ, ਮਾਲਕ ਦੇ ਚਰਨਾਂ ਤੋਂ ਬੇਮੁਖ ਹੋ ਜਾਏ, ਤਾਂ ਪ੍ਰਮਾਤਮਾ ਤੋਂ ਟੁੱਟਣਾ ਹੀ ਸਾਰੇ ਦੁੱਖਾਂ ਨੂੰ ਆਵਾਜ਼ ਦੇਣੀ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਅੰਦਰ ਪ੍ਰਮਾਤਮਾ ਤੋਂ ਦੂਰ ਹੋ ਗਿਆ, ਉਸ ਦੇ ਅੰਦਰ ਨੂੰ ਪ੍ਰਮਾਤਮਾ ਨਾਲ ਜੁੜਨ ਤੋਂ ਬਿਨਾਂ ਹੋਰ ਕਿਤੇ ਟਿਕਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੋ ਕੁਝ ਤੂੰ ਕਰਦਾ ਹੈ, ਉਹ ਕੁਝ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਪੈਣਾ ਹੈ। ਪਰ ਕਰਮ ਕਰਦਿਆਂ ਇੱਕੋ ਗੱਲ ਸਚੇਤ ਰਹੀ ਕਿ ਤੂੰ ਉਹ ਕਰਮ ਨਾ ਕਰੀਂ ਜਿਸ ਨਾਲ ਤੂੰ ਮਾਲਕ ਦੀ ਦਰਗਾਹ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰੇ। ਤੇ ਮਨੁੱਖ ਬੰਦਾ ਜਦੋਂ ਵੀ ਕੋਈ ਕੰਮ ਕਰਦਾ ਹੈ, ਕਰਮ ਕਰਦਾ ਹੈ, ਕਈ ਵਾਰੀ ਕਰਮ ਜੋ ਗੁਰੂ ਸਾਹਿਬ ਨੇ ਸਾਨੂੰ ਮਨ੍ਹਾ ਕਰੇ ਨੇ, ਉਹ ਵੀ ਕਰੇਗਾ ਬੰਦਾ। ਫਿਰ ਉਹਨਾਂ ਨੂੰ ਕਰਕੇ ਵੀ ਮਾਲਕ ਨੂੰ ਦੋਸ਼ ਦੇਣ ਦਾ ਯਤਨ ਕਰਦਾ ਹੈ। ਕਹਿੰਦੇ ਹਨ ਕਿ ਜ਼ਮੀਨ ਤੇ ਜਦੋਂ ਜਿਵੇਂ ਕਿ ਅੰਗੂਰਾਂ ਦੀ ਬੇਲ ਕਹਿ ਲਵੋ ਪੈਦਾ ਹੋਈ, ਉਸ ਬੇਲ ਨੂੰ ਬੜੇ ਮਿੱਠੇ ਅੰਗੂਰ ਲੱਗੇ। ਉਹ ਅੰਗੂਰ ਮੇਰੇ ਮਾਲਕ ਨੇ ਤੈਨੂੰ ਇਸ ਕਰਕੇ ਦਿੱਤੇ ਕਿ ਤੂੰ ਇਸ ਧਰਤੀ ਤੇ ਆਇਆ ਹੈ।
ਜਿੰਨੀਆਂ ਵੀ ਸਹੂਲਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਨੇ ਤੈਨੂੰ ਦਿੱਤੀਆਂ। ਪਿਆਰਿਓ, ਇਹਨਾਂ ਸਹੂਲਤਾਂ ਦੇ ਵਿੱਚ ਵੀ ਉਹਨੇ ਆਪਣੀ ਨਜ਼ਰ ਕਰ ਦਿੱਤੀ, ਕਿਰਪਾ ਵਰਤਾ ਦਿੱਤੀ। ਕਹਿਣ ਤੋਂ ਭਾਵ ਇਹਨਾਂ ਦੇ ਦਾ ਵੀ ਕੋਈ ਨਾ ਕੋਈ ਮਤਲਬ ਹੈ ਸਾਡੀ ਜ਼ਿੰਦਗੀ ਦੇ ਵਿੱਚ। ਵੱਖਰੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਜਿੰਨੀਆਂ ਵੀ ਸਾਨੂੰ ਸੁੱਖ ਸਹੂਲਤਾਂ ਦਿੱਤੀਆਂ, ਇਹਨਾਂ ਦੇ ਵਿੱਚ ਆਪਣੀ ਨਜ਼ਰੋ ਕਰਮ ਟਿਕਾ ਦਿੱਤੀ, ਆਪਣੀ ਰਹਿਮਤ ਟਿਕਾ ਦਿੱਤੀ। ਤੇ ਇਹਦਾ ਜੋ ਕੁਝ ਵੀ ਪਾਤਸ਼ਾਹ ਜੀ ਨੇ ਦਿੱਤਾ ਸਾਨੂੰ, ਇਹਦਾ ਕਾਰਨ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਸ ਇੱਕ ਗੱਲ ਤੇਰੇ ਕੋਲੋਂ ਆਸ ਹੈ ਕਿ ਤੂੰ ਹਵਾ ਦਾ ਆਨੰਦ ਮਾਣ, ਪਾਣੀ ਨਾਲ ਤੂੰ ਜ਼ਿੰਦਗੀ ਤੈਨੂੰ ਮਿਲੇਗੀ। ਧਰਤੀ ਵਿੱਚੋਂ ਤੈਨੂੰ ਅਨੇਕਾਂ ਕੀਮਤੀ ਪਦਾਰਥ ਮਿਲਣਗੇ, ਪਰ ਤੇਰੇ ਕੋਲੋਂ ਇੱਕੋ ਆਸ ਹੈ ਕਿ ਇਸ ਧਰਤੀ ਤੇ ਰਹਿ ਕੇ ਵੀ ਤੂੰ ਆਪਣੀ ਜ਼ਿੰਦਗੀ ਵਿੱਚ ਕਰਮ ਕਮਾ ਲੈ। ਜੇ ਸਤਿਗੁਰੂ ਨੂੰ ਪੁੱਛੀਏ ਕਿ ਪਾਤਸ਼ਾਹ ਧਰਮ ਕੀ ਹੈ, ਕੇਵਲ ਇਹ ਯੋਗ ਸਾਧਨਾ ਰਾਹੀਂ ਸਿੱਧੀਆਂ ਇਹਨਾਂ ਨੂੰ ਧਰਮ ਕਹਿੰਦੇ ਨੇ। ਪਾਤਸ਼ਾਹ ਜੀ ਨੂੰ ਪੁੱਛ ਕੇ ਨਹੀਂ, ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਸੋਹਣਾ ਬਿਆਨ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਧਰਮ ਦੀ ਵਿਆਖਿਆ ਕਰਦਿਆਂ ਕਿਹਾ ਕਿ ਜਿਹੜੇ ਧਰਮ ਦੀ ਗੱਲ ਮੈਂ ਕਰਦਾ ਹਾਂ, ਜੇਕਰ ਕੋਈ ਮਨੁੱਖ ਉਸ ਧਰਮ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਲਏ ਤਾਂ ਮੈਂ ਉਸ ਦੇ ਚਰਨਾਂ ਦੀ ਰਾਖ ਆਪਣੇ ਮੱਥੇ ਤੇ ਲਾਉਣ ਨੂੰ ਤਿਆਰ ਹਾਂ। ਕਹਿੰਦੇ ਹਨ ਕਿ ਇੱਕ ਨਾਮ ਕਮਾਉਣਾ ਹੀ ਧਰਮ ਹੈ, ਤੇ ਜਿਹੜਾ ਨਾਮ ਦੇ ਭੇਦ ਨੂੰ ਸਮਝ ਜਾਏ ਉਹ ਹੀ ਦੁਨੀਆ ਨੂੰ ਤਰ ਸਕਦਾ ਹੈ। ਜਿਹੜੇ ਕਰਮ ਅਸੀਂ ਕਰਦੇ ਹਾਂ ਉਸ ਦਾ ਫਲ ਤਾਂ ਸਾਨੂੰ ਜ਼ਰੂਰ ਮਿਲੇਗਾ। ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਨੁੱਖ ਦੀ ਬਿਰਤੀ ਹੈ ਕਿ ਜਦੋਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦਾ ਹੈ ਤਾਂ ਜੇ ਕਿਤੇ ਕੋਈ ਚੰਗਾ ਕੰਮ ਉਸ ਦੀ ਜ਼ਿੰਦਗੀ ਵਿੱਚ ਹੋ ਜਾਵੇ ਤਾਂ ਬੰਦਾ ਹਰ ਥਾਂ ਦਾਅਵਾ ਕਰੇਗਾ ਕਿ ਉਹ ਕੰਮ ਮੈਂ ਕਰਿਆ। ਜਿਸ ਦਿਨ ਉਸ ਦਾ ਕੰਮ ਨਾ ਹੋਵੇ, ਬੰਦਾ ਕਦੀ ਵੀ ਆਪਣੀ ਗਲਤੀ ਸਵੀਕਾਰ ਨਹੀਂ ਕਰਦਾ, ਹਮੇਸ਼ਾ ਉਸ ਕੰਮ ਦਾ ਦੋਸ਼ ਕਿਸੇ ਹੋਰ ਤੇ ਲਾਵੇਗਾ, ਆਪਣੇ ਨਾਲ ਦੇ ਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਕੰਮ ਨਾਲ ਤੇਰੇ ਕੁਝ ਪੱਲੇ ਨਹੀਂ ਪੈਣਾ, ਉਹ ਫਿਰ ਤੂੰ ਕੰਮ ਨਾ ਕਰੀ, ਕਿਉਂਕਿ ਸਾਈਂ ਦੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਨਹੀਂ ਸ਼ਰਮਸ਼ਾਰ ਹੋਣਾ ਪਵੇਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜੇ ਭਾਈ ਲਹਿਣਾ ਜੀ ਹਜ਼ੂਰ ਦੇ ਚਰਨਾਂ ਵਿੱਚ ਆਏ। ਉਹਨਾਂ ਨੇ ਕੇਵਲ ਇੱਕ ਬਾਬਾ ਜੀ ਦੀ ਪੌੜੀ ਸੁਣੀ ਸੀ ਆਸਾ ਦੀ ਵਾਰ ਦੇ ਵਿੱਚੋਂ। 12 ਪਹਿਲਾਂ ਪੌੜੀਆਂ ਦਾ ਰੂਪ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 2 ਵਾਰਾਂ ਹਨ। ਇੱਕ ਰਾਮਕਲੀ ਕੀ ਵਾਰ, ਉਸ ਦੀਆਂ ਕੇਵਲ 8 ਪੌੜੀਆਂ ਨੇ। ਦੂਸਰੀ ਹੈ ਬਸੰਤ ਕੀ ਵਾਰ, ਮਹੱਲਾ 5ਵਾਂ, ਇਹਦੀਆਂ 3 ਪੌੜੀਆਂ ਨੇ। ਪਹਿਲੀ ਵਾਰ ਜਿਹੜੀਆਂ 12 ਸਨ ਉਹ ਪੌੜੀਆਂ ਰੂਪ ਦੇ ਵਿੱਚ ਹੀ ਸਨ। ਗੁਰਬਾਣੀ ਪੜ੍ਹਨ ਵਾਲੇ ਨੇ ਜਾਂ ਜਿਹੜੇ ਸਮਝਦੇ ਨੇ ਉਹ ਸਮਝ ਸਕਦੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰੀ, ਉਹਨਾਂ ਨੇ ਇਹਨਾਂ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਸ਼ਲੋਕ ਵੀ ਵਿੱਚ ਅੰਕਿਤ ਕਰ ਦਿੱਤੇ। ਇਹੀ ਕਾਰਨ ਹੈ ਕਿ ਜਿਹੜੇ ਸ਼ਲੋਕ ਵੱਧ ਗਏ, ਸਤਿਗੁਰੂ ਪਾਤਸ਼ਾਹ ਜੀ ਨੇ ਅਖੀਰ ਦੇ ਸਿਰਲੇਖ ਦੇ ਦਿੱਤਾ, ਸ਼ਲੋਕ 12 ਤੇ ਵਧੀਕ 12 ਤੋਂ ਵਧੇ ਹੋਏ ਸ਼ਲੋਕ ਇੱਥੇ ਦਰਜ ਕਰੇ। ਪਰ ਇਹ ਸਤਿਗੁਰੂ ਦੀ ਮਰਜ਼ੀ ਹੈ ਕਿ ਰਾਮਕਲੀ ਦੇ ਵਾਰ ਦੇ ਨਾਲ ਸ਼ਲੋਕ ਕਿਉਂ ਨਹੀਂ, ਬਸੰਤ ਕੀ ਵਾਰ ਦੇ ਨਾਲ ਸ਼ਲੋਕ ਕਿਉਂ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਜੋਧ ਜੋ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ,
ਉਸ ਪਿਆਰੇ ਸਿੱਖ ਦੇ ਮੁਖ ਤੋਂ ਕੇਵਲ ਇੱਕ ਪੌੜੀ ਸੁਣੀ ਸੀ। ਭਾਈ ਲਹਿਣਾ ਜੀ ਨੇ ਮਨ ਦੇ ਅੰਦਰ ਇੰਨੀ ਵੱਡੀ ਤਬਦੀਲੀ ਆ ਗਈ ਕਿ ਮਨਾ, ਆਪਣੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਰੀ ਜਿਸ ਘਰ ਦੇ ਨਾਲ ਸਾਈਂ ਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਤੈਨੂੰ ਸ਼ਰਮਿੰਦਗੀ ਨਾ ਉਠਾਉਣੀ ਪਵੇ, ਸ਼ਰਮਸ਼ਾਰ ਨਾ ਹੋਣਾ ਪਵੇ। ਜਿਤ ਸੇਵਿਆ ਸੁਖ ਪਾਈਐ, ਕਰਮ ਕਰਨ ਲੱਗਿਆ ਸੋਚ, ਸੋ ਸਾਹਿਬ ਸਦਾ ਸੰਭਾਲੀਐ। ਕਹਿੰਦੇ ਨੇ ਕਿ ਤੂੰ ਆਪਣਾ ਕਰਮ ਕਰਨ ਲੱਗਿਆ ਸੋਚੀ, ਜਿਤ ਕੀਤਾ ਪਾਈਐ ਆਪਣਾ ਸਾਂ ਘਾਲ ਬੁਰੀ, ਕਿਉਂ ਘਾਲੀਐ ਮੰਦਾ ਮੂਲ ਨ ਕੀਚੀ, ਜੇ ਲੰਮੀ ਨਜ਼ਰ ਨਿਹਾਲੀਐ। ਤੂੰ ਕਰਮ ਕਰਨ ਲੱਗਿਆ ਹੈ, ਐਸਾ ਕਰਮ ਕਰੀ ਜਿਹਦੇ ਨਾਲ ਪ੍ਰਮਾਤਮਾ ਦੇ ਘਰ ਵਿੱਚ ਤੈਨੂੰ ਵਡਿਆਈ ਮਿਲੇ। ਕਦੀ ਵੀ ਤੂੰ ਐਸਾ ਕਰਮ ਨਾ ਕਰੀ ਜਿਹਦੇ ਨਾਲ ਪਰਮਾਤਮਾ ਤੋਂ ਤੇਰੀ ਪ੍ਰੀਤ ਅਲੱਗ ਹੋ ਜਾਵੇ, ਟੁੱਟ ਜਾਵੇ। ਕਹਿੰਦੇ ਹਨ ਕਿ ਜੇ ਜ਼ਿੰਦਗੀ ਦੀ ਬਾਜੀ ਨੂੰ ਤੂੰ ਜਿੱਤਣਾ ਹੈ ਤਾਂ ਇਹੋ ਜਿਹੀ ਬਾਜੀ ਖੇਡੀ ਕਿ ਸਾਰੀ ਜ਼ਿੰਦਗੀ ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਨਾ ਟੁੱਟੇ। ਸਾਹਿਬ ਕਹਿੰਦੇ ਹਨ ਕਿ ਜੇ ਪਰਿਵਾਰ ਵਿੱਚ ਰਹਿੰਦੇ ਹਾਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਇਹੋ ਜਿਹੇ ਕੰਮ ਨਾ ਕਰੀ ਜਿਸ ਕਰਕੇ ਅਖੀਰ ਤੇ ਤੇਰੀ ਬਿਰਤੀ, ਤੇਰਾ ਮੋਹ ਪਰਿਵਾਰ ਵਿੱਚ ਖੁੱਭ ਜਾਵੇ। ਰਹਿ ਜ਼ਰੂਰ ਪਰਿਵਾਰ ਦੇ ਵਿੱਚ, ਪਰ ਇਸ ਤਰ੍ਹਾਂ ਰਹੀ ਜਿਵੇਂ ਇੱਕ ਮਹਿਮਾਨ ਰਾਤ ਰਹਿੰਦਾ ਹੈ ਸਾਡੇ ਘਰ ਦੇ ਵਿੱਚ। ਪਾਤਸ਼ਾਹ ਜੀ ਸਮਝਾਉਂਦੇ ਨੇ ਬੜੀ ਚੰਗੀ ਤਰ੍ਹਾਂ ਕਿ ਮੰਨ ਲਵੋ ਕਿ ਇੱਕ ਮਨੁੱਖ ਨੇ, ਇੱਕ ਬੰਦੇ ਨੇ ਮੰਜ਼ਿਲ 'ਤੇ ਜਾਣਾ ਹੈ, ਸਫ਼ਰ 'ਤੇ ਜਾਣਾ ਹੈ। ਰਸਤੇ ਵਿੱਚ ਤੁਰਿਆ ਆਉਂਦਾ, ਪੁਰਾਣੇ ਸਮੇਂ ਦੇ ਵਿੱਚ ਕੀ ਸੀ, ਅੱਜ ਤਾਂ ਹੋਟਲ ਵਗੈਰਾ ਬਣ ਗਏ ਰਹਿਣ ਨੂੰ। ਪੁਰਾਣੇ ਸਮੇਂ ਦੇ ਵਿੱਚ ਟਿਕਾਣਾ ਕਰਨ ਦੇ ਲਈ ਸਰਾਵਾਂ ਹੋਇਆ ਕਰਦੀਆਂ ਸਨ। ਤੇ ਕਹਿੰਦੇ ਹਨ ਪਾਤਸ਼ਾਹ ਜੀ ਕਿ ਉਹ ਸਰਾਂ ਦੇ ਵਿੱਚ ਕਮਰਾ, ਜਦੋਂ ਬੰਦਾ ਆਪਣੀ ਮੰਜ਼ਿਲ ਤੇ ਸਫ਼ਰ ਤੇ ਤੁਰਿਆ ਤੇ ਰਸਤੇ ਵਿੱਚ ਸਰਾਂ ਆ ਗਈ, ਉਸ ਸਰਾਂ ਦੇ ਵਿੱਚ ਉਸ ਬੰਦੇ ਨੇ, ਇਨਸਾਨ ਨੇ ਕਮਰਾ ਭਾਲਦਾ ਹੈ ਤਾਂ ਪਹਿਲਾਂ ਜਿਹੜੇ ਰਹਿੰਦੇ ਨੇ ਉੱਥੇ ਰਿਹਾਇਸ਼ ਕਰਦੇ ਨੇ, ਉਹ ਰੌਲਾ ਪਾਲ ਕੇ ਕਹਿਣਗੇ ਕਿ ਇੱਥੇ ਤੇਰੇ ਰਹਿਣ ਵਾਸਤੇ ਥਾਂ ਨਹੀਂ, ਅਸੀਂ ਰਹਿਣ ਨਹੀਂ ਦੇਣਾ। ਪਰ ਜਿਹੜਾ ਸਿਆਣਾ ਯਾਤਰੀ ਹੈ ਉਹ ਝਗੜਾ ਨਹੀਂ ਕਰੇਗਾ। ਉਹ ਕਹਿੰਦਾ ਹੈ ਕਿ ਮੈਂ ਤਾਂ ਸਿਰਫ ਇੱਕ ਰਾਤ ਹੀ ਰਹਿਣਾ ਹੈ, ਮੈਂ ਕਿਹੜਾ ਸਦਾ ਰਹਿਣਾ। ਸਿਆਣਾ ਬੰਦਾ ਇਹੀ ਕਹੇਗਾ। ਪਰ ਉਹ ਜਿਹੜੇ ਪਹਿਲਾਂ ਰਹਿੰਦੇ ਨੇ ਉਹ ਆਪਸ ਦੇ ਵਿੱਚ ਲੜਨ ਲੱਗ ਪਏ ਕਿ ਇਹਨੂੰ ਇੱਥੇ ਰਹਿਣ ਨਹੀਂ ਦੇਣਾ। ਉਹ ਕਹਿੰਦਾ ਹੈ ਵਿਚਾਰਾ ਮੁਸਾਫਰ ਕਿ ਮੈਂ ਤਾਂ ਇੱਕ ਰਾਤ ਰਹਿਣਾ ਹੈ, ਸਵੇਰੇ ਜਦੋਂ ਸੂਰਜ ਚੜ੍ਹੇਗਾ ਮੈਂ ਨਿਕਲ ਜਾਣਾ ਹੈ, ਮੇਰਾ ਇਸ ਕਮਰੇ ਦੇ ਨਾਲ ਕੀ ਸੰਬੰਧ ਹੈ। ਪਾਤਸ਼ਾਹ ਜੀ ਫਿਰ ਸਮਝਾਉਂਦੇ ਨੇ ਕਿ ਰਸਤੇ ਦੇ ਵਿੱਚ ਕਿਸੇ ਦੇ ਪੁੱਤਰ ਦਾ, ਕਿਸੇ ਦੇ ਪੁੱਤ ਦਾ ਵਿਆਹ ਹੁੰਦਾ ਸੀ। ਬਾਜੇ ਵੱਜ ਰਹੇ ਸਨ, ਖੁਸ਼ੀਆਂ ਮਨਾ ਰਹੇ ਸਨ, ਲੋਕ ਭੰਗੜੇ ਪਾ ਰਹੇ ਸਨ। ਇਸ ਬੰਦੇ ਨੇ, ਮੁਸਾਫਰ ਨੇ, ਉਹ ਵਿਆਹ ਦੇਖਿਆ ਪਰ ਚਿੱਤ ਨਹੀਂ ਲਾਇਆ ਉੱਥੇ। ਇਹ ਨਹੀਂ ਕਿ ਉੱਥੇ ਵਿਆਹ ਦੇ ਵਿੱਚ ਰੁਕ ਗਿਆ, ਨਹੀਂ, ਦੇਖ ਲਿਆ ਇਹਨੇ, ਤੁਰੇ ਜਾਂਦੇ ਨੇ। ਤੇ ਥੋੜ੍ਹਾ ਜਿਹਾ ਅਗਾਂਹ ਗਿਆ, ਅਗਾਂਹ ਜਾ ਕੇ ਇਸ ਮੁਸਾਫਰ ਨੇ ਕੀ ਦੇਖਿਆ ਕਿ ਕਿਸੇ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ। ਉੱਥੇ ਫਿਰ ਕੀ ਹੋਵੇਗਾ, ਬੈਣ ਪੈਣਗੇ, ਰੋਲ ਕਲਾਣਾ ਹੋਵੇਗਾ, ਸੁਭਾਵਿਕ ਜੀ ਗੱਲ ਹੈ। ਤੇ ਇਹ ਬੰਦਾ ਜਦੋਂ ਉੱਥੇ ਗਿਆ, ਮੌਤ ਵਾਲੇ ਥਾਂ ਗਿਆ, ਮੁਸਾਫਿਰ ਸੀ ਕਿਉਂਕਿ ਲੰਘਣਾ ਸੀ ਪਿੰਡਾਂ ਦੇ ਵਿੱਚ ਦੀ, ਤੇ ਇਹ ਉੱਥੇ ਜਾ ਕੇ ਜਦੋਂ ਗਿਆ, ਰੋਲ ਕਰਲਾਣਾ ਹੋ ਰਿਹਾ ਸੀ ਤੇ ਇਹ ਉੱਥੇ ਜਾ ਕੇ ਰੋਇਆ ਨਹੀਂ। ਭਾਵ ਕਿ ਉਹਦੇ ਮਨ ਦੇ ਉੱਤੇ ਨਾ ਖੁਸ਼ੀ ਦਾ, ਨਾ ਗਮੀ ਦਾ,
ਪ੍ਰਭਾਵ ਨਹੀਂ ਹੈ, ਅਸਰ ਨਹੀਂ ਹੈ। ਕਿਉਂਕਿ ਮੁਸਾਫਿਰ ਸੀ, ਉਹਨੂੰ ਪਤਾ ਸੀ ਕਿ ਮੈਂ ਤਾਂ ਆਪਣੀ ਮੰਜ਼ਿਲ 'ਤੇ ਜਾਣਾ ਹੈ, ਤੁਰਦੇ ਗਿਆ। ਹੁਣ ਰਸਤੇ ਦੇ ਵਿੱਚ ਕਿਸੇ ਨੇ ਪੁੱਛਿਆ ਕਿ ਕਿਉਂ, ਤਾਂ ਕਹਿਣ ਲੱਗਿਆ ਕਿ ਰਸਤੇ 'ਤੇ ਤੁਰਿਆ ਜਾਣਾ ਹੀ ਮੇਰੀ ਮੰਜ਼ਿਲ ਹੈ। ਖੁਸ਼ੀ ਵੀ ਆਉਣੀ ਹੈ, ਗਮੀ ਵੀ ਆਉਣੀ ਹੈ। ਜੇਕਰ ਮੈਂ ਇਹਨਾਂ ਨੂੰ ਦੇਖ ਕੇ ਨੱਚਣ ਤੇ ਰੋਣ ਲੱਗ ਪਵਾਂ, ਫਿਰ ਮੈਂ ਆਪਣੀ ਮੰਜ਼ਿਲ 'ਤੇ, ਆਪਣੇ ਮਕਾਮ 'ਤੇ ਨਹੀਂ ਪਹੁੰਚ ਸਕਦਾ। ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਫਿਰ ਉਹੀ ਮਨੁੱਖ ਮੰਜ਼ਿਲ 'ਤੇ ਪਹੁੰਚ ਗਿਆ। ਕਹਿਣ ਲੱਗੇ ਸਫ਼ਰ ਦੇ ਵਿੱਚ ਰੱਬ ਨੇ ਪੁੱਤਰ ਵੀ ਦੇਣਾ ਹੈ, ਧਨ ਦੌਲਤ ਵੀ ਦੇਣੀ ਹੈ, ਪਰਿਵਾਰ ਵੀ ਦੇਣੇ ਨੇ, ਜ਼ਮੀਨ ਜਾਇਦਾਦ ਵੀ ਦੇਣੀ ਹੈ, ਕਾਰਾਂ ਕੋਠੀਆਂ ਵੀ ਦੇਣੀਆਂ ਨੇ, ਪਰ ਇੱਕ ਗੱਲ ਚੇਤੇ ਰੱਖੀ, ਇਹ ਤੇਰੇ ਸਾਥੀ ਨਹੀਂ ਹੈ। ਤੂੰ ਚਿੱਤ ਇਹਨਾਂ ਦੇ ਵਿੱਚ ਨਹੀਂ ਲਾਉਣਾ। ਇਹਨਾਂ ਦੀ ਖੁਸ਼ੀ ਵਿੱਚ, ਗਮੀ ਦੇ ਵਿੱਚ ਲੰਘਣਾ ਜ਼ਰੂਰੀ ਹੈ, ਪਰ ਚੇਤੇ ਉੱਥੇ ਲੱਗਾ ਰਹੇ ਤੇਰਾ ਚਿੱਤ ਜਿੱਥੇ ਪ੍ਰਮਾਤਮਾ ਦੇ ਘਰ ਕਿਸੇ ਤਰੀਕਿਆਂ ਦੇ ਨਾਲ ਸਾਡੇ ਨਾਲ ਇਹਨਾਂ ਖੁਸ਼ੀਆਂ ਨੇ, ਗਮੀਆਂ ਨੇ ਨਹੀਂ ਜਾਣਾ। ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦਾ ਜੇ ਜ਼ਿਕਰ ਕਰੀਏ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਸਮਕਾਲੀ ਹੋਇਆ। ਕਮਾਲ ਕਰ ਦਿੱਤੀ ਉਸ ਸਿੱਖ ਦੇ ਜੀਵਨ ਦਾ ਜ਼ਿਕਰ ਕਰਕੇ। ਕਹਿੰਦੇ ਹਨ ਕਿ ਜਿਸ ਨੇ ਆਪਣੀ ਮੰਜ਼ਿਲ ਗੁਰੂ ਨੂੰ ਬਣਾ ਦਿੱਤੀ ਕਿ ਮੈਂ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ, ਇਤਿਹਾਸ ਨੇ ਉਸ ਸਿੱਖ ਦਾ ਨਾਮ ਭਾਈ ਸਾਧ ਦੱਸਿਆ ਹੈ। ਕਾਬਲ ਦੀ ਧਰਤੀ ਦਾ ਰਹਿਣ ਵਾਲਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਮਿਲਿਆ ਕਿ ਤੂੰ ਦਸਵੰਧ ਦੀ ਮਾਇਆ ਲੈ ਕੇ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਹਨ। ਕਾਬਲ ਦਾ ਰਹਿਣ ਵਾਲਾ ਸੀ, ਅੱਜ ਕੱਲ੍ਹ ਅਫਗਾਨਿਸਤਾਨ ਦੇ ਵਿੱਚ। ਭਾਈ ਸਾਧ ਜੀ ਨੇ ਹੁਕਮਨਾਮੇ ਨੂੰ ਪੜ੍ਹਿਆ, ਨਮਸਕਾਰ ਕਰੀ ਗੁਰੂ ਦੇ ਬਚਨ ਨੂੰ, ਤੇ ਦੂਜੇ ਦਿਨ ਹੀ ਤੁਰ ਪਿਆ ਸਵੇਰੇ। ਕੇਵਲ ਉਸਨੇ ਇੱਕ ਪੜਾਅ ਕੀਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੱਲ ਤੁਰ ਪਿਆ ਤਾਂ ਇੱਕ ਪੜਾਈ ਹਜੇ ਕਰਿਆ ਸੀ, ਭਾਵ ਕਿ ਇੱਕ ਦਿਨ ਹੋਇਆ ਸੀ, ਪਹਿਲੀ ਰਾਤ ਰੁਕਿਆ ਸੀ ਤੇ ਮਗਰੋਂ ਘਰੋਂ ਸੁਨੇਹਾ ਆ ਗਿਆ। ਕਹਿੰਦੇ ਨੇ ਕਿ ਸੁਨੇਹਾ ਲੈ ਕੇ ਆਉਣ ਵਾਲਾ ਕਿ ਭਾਈ ਤੂੰ ਵਾਪਸ ਮੁੜਿਆ। ਪੁੱਛਿਆ ਭਾਈ ਸਾਧ ਜੀ ਨੇ ਕਿ ਕਿਉਂ? ਉਹ ਸੁਨੇਹਾ ਲੈ ਕੇ ਆਉਣ ਵਾਲਾ ਕਹਿਣ ਲੱਗਾ ਸਿੱਖ ਇਤਿਹਾਸ ਹੈ, ਬਣਾਈ ਹੋਈ ਗੱਲ ਨਹੀਂ ਕੋਲੋਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਹੈ। ਉਹ ਸੁਨੇਹਾ ਲੈ ਕੇ ਆਉਣ ਵਾਲਾ ਕਹਿਣ ਲੱਗਿਆ ਕਿ ਭਾਈ ਸਾਹਿਬ, ਜੋ ਤੇਰਾ ਇੱਕੋ ਇੱਕ ਪੁੱਤਰ ਸੀ, ਪੁੱਤ ਸੀ, ਉਹ ਸਖਤ ਬਿਮਾਰ ਹੋ ਗਿਆ। ਵੈਦਾਂ ਨੇ, ਹਕੀਮਾਂ ਨੇ ਜਵਾਬ ਦੇ ਦਿੱਤਾ, ਪਤਾ ਨਹੀਂ ਇਹਨੇ ਬਚਣਾ ਹੈ ਕਿ ਨਹੀਂ, ਹੁਣ ਤੂੰ ਵਾਪਸ ਆ ਜਾ। ਅੰਦਰੋਂ ਜੁੜੇ ਹੋਈ ਦੀ ਗੱਲ। ਪਹਿਲਾਂ ਸੁਣਿਆ ਤਾਂ ਇੱਕਦਮ ਗੰਭੀਰ ਹੋ ਗਿਆ, ਕਿਉਂਕਿ ਬੰਦਾ ਜਦੋਂ ਪਹਿਲੀ ਵਾਰ ਸੁਣਦਾ ਆਪਣੇ ਘਰ ਦੇ ਜੀਅ ਬਾਰੇ, ਫਿਰ ਕੁਝ ਸਮਾਂ ਚੁੱਪ ਕਰਕੇ ਕਹਿੰਦਾ ਹੈ ਕਿ ਸੱਜਣੋ, ਜਿਸ ਸਾਈਂ ਪ੍ਰਮਾਤਮਾ ਨੇ ਦਿੱਤਾ ਸੀ ਪੁੱਤਰ, ਹੁਣ ਉਸਨੇ ਹੁਕਮ ਦਿੱਤਾ ਹੈ ਕਿ ਤੂੰ ਗੁਰੂ ਦੀ ਸੇਵਾ ਕਰਨੀ ਹੈ। ਗੁਰੂ ਦੀ ਸੇਵਾ ਤੋਂ ਬਿਨਾਂ ਇਹ ਸੰਸਾਰ ਦੇ ਲੋਭ ਲਾਲਚ ਕਿਸੇ ਕੰਮ ਕਾਰ ਨਹੀਂ, ਕਿਸੇ ਫਾਇਦੇ ਦੇ ਵਿੱਚ ਨਹੀਂ। ਹੁਣ ਗੁਰੂ ਨੇ ਆਵਾਜ਼ ਮਾਰ ਕੇ ਕਿਹਾ ਹੈ ਕਿ ਆਹ ਸੇਵਾ ਕਰਨੀ ਹੈ ਤੂੰ ਗੁਰੂ ਦੀ ਦਰ ਦੀ। ਤੇ ਸੇਵਾ ਗੁਰੂ ਕਦੀ ਕਦੀ ਬਖਸ਼ਦਾ ਹੁੰਦਾ ਹੈ। ਜੇ ਪੁੱਤਰ ਬਚ ਜਾਏ ਤਾਂ ਬਾਹ ਪਾਲਾ, ਜੇ ਨਾ ਬਚਿਆ ਤਾਂ ਲੱਕੜਾਂ ਘਰ ਪਈਆਂ ਨੇ, ਸੰਸਕਾਰ ਕਰ ਦੇ ਉਹਦਾ। ਤੇ ਚਿੱਤ ਨੂੰ ਸਾਈਂ ਦੇ ਭਾਣੇ ਨੂੰ ਮੰਨ ਲਿਓ।
ਹੁਣ ਪਿਆਰਿਓ ਉਸ ਭਾਈ ਸਾਹਿਬ ਦੀ ਮੰਜ਼ਿਲ ਕੀ ਸੀ? ਦੇਖੋ, ਘਰੇ ਪੁੱਤ ਬਿਮਾਰ ਪਿਆ ਹੋਵੇ ਤੇ ਇੱਕ ਪਾਸੇ ਗੁਰੂ ਨੇ ਆਵਾਜ਼ ਮਾਰ ਦਿੱਤੀ ਕਿ ਤੂੰ ਆ ਭਾਈ ਗੁਰੂ ਦੀ ਦਰ ਦੀ ਸੇਵਾ ਕਰਨੀ ਹੈ। ਨਹੀਂ ਪਿਆਰਿਓ, ਜੇ ਉਹ ਜੁੜਿਆ ਹੋਇਆ ਸਿੱਖ ਸੀ, ਉਹਨੂੰ ਪਤਾ ਸੀ ਕਿ ਗੁਰੂ ਦੀ ਖੁਸ਼ੀ ਦੇ ਵਿੱਚ ਹੀ ਖੁਸ਼ੀ ਹੈ, ਗੁਰੂ ਦੀ ਕਮੀ ਦੇ ਵਿੱਚ ਹੀ ਕਮੀ ਹੈ। ਗੁਰੂ ਤੋਂ ਵੱਡਾ ਕੋਈ ਨਹੀਂ, ਗੁਰੂ ਤੋਂ ਵੱਡਾ ਵੈਦ ਹਕੀਮ ਵੀ ਨਹੀਂ। ਪਰਿਵਾਰ ਘਰ ਦੇ ਵਿੱਚ ਹੈ, ਪਰ ਚਿੱਤ ਹੈ ਜਿਹੜਾ ਭਾਈ ਸਾਹਿਬ ਦਾ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਹੈ। ਤੇ ਅੱਜ ਫਿਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਕਿ ਕੱਤਕ ਕਰਮ ਕਮਾਵਣੇ, ਕੱਤਕ ਦੇ ਮਹੀਨੇ ਰਾਹੀਂ ਕਿਰਪਾ ਕਰਦੇ ਨੇ ਪਾਤਸ਼ਾਹ ਕਿ ਜਿਹੜੇ ਕਰਮ ਤੂੰ ਕਮਾਉਂਦਾ ਹੈ, ਕਰਦਾ ਹੈ, ਭਾਵ ਦੋਸ ਨਾ ਕਾਹੂੰ ਜੋਗ, ਇਹਨਾਂ ਨੂੰ ਤੇਰੇ ਕੀਤੇ ਹੋਏ ਕੰਮਾਂ ਦਾ ਦੋਸ਼ ਕਿਸੇ ਹੋਰ ਨੂੰ ਨਾ ਦੇਈਂ। ਜੋ ਤੂੰ ਆਪ ਬੀਜਿਆ ਹੈ ਵੱਢਣਾ ਤੈਨੂੰ ਆਪੇ ਹੀ ਆਪਣੇ ਹੱਥਾਂ ਦੇ ਨਾਲ ਪੈਣਾ ਹੈ। ਤੈਨੂੰ ਗੱਲ ਚੰਗੀ ਨਹੀਂ ਲੱਗਦੀ? ਪਾਤਸ਼ਾਹ ਜੀ ਕਹਿੰਦੇ ਨੇ, ਦੋਸ਼ ਲਗਾਉਂਦੇ ਆ। ਪੁੱਛਿਆ ਮਹਾਰਾਜ ਫਿਰ ਦੁਖੀ ਕਿਉਂ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਇੱਕ ਰੋਗ ਹੁੰਦੇ ਨੇ ਸਰੀਰ ਦੇ, ਇੱਕ ਰੋਗ ਹੁੰਦੇ ਨੇ ਪਿਆਰਿਓ ਮਨ ਦੇ, ਮਾਨਸਿਕ ਰੋਗ ਹੁੰਦੇ ਨੇ। ਸਰੀਰ ਦੇ ਰੋਗ ਲੱਗੇ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪਰ ਜਿਹੜਾ ਮਨ ਦਾ ਰੋਗ ਹੁੰਦਾ ਉਹ ਲੱਗਿਆ ਕਦੀ ਨਹੀਂ ਮੁੱਕਦਾ। ਇੱਕ ਜਨਮ ਕੀ ਪਤਾ ਨਹੀਂ ਕਿੰਨੇ ਕੁ ਜਨਮ ਨਾਲ ਚੱਲੀ ਜਾਵੇ। ਤੇ ਰੋਗ ਪਿਆਰੇ ਉਦੋਂ ਲੱਗਦੇ ਨੇ ਜਦੋਂ ਪਰਮਾਤਮਾ ਦਾ, ਸਾਈਂ ਦਾ ਨਾਮ ਭੁੱਲ ਜਾਵੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਗੁਰਬਾਣੀ ਕਹਿੰਦੀ ਹੈ ਕਿ ਭੁੱਲ ਜਾਣਾ ਹੀ ਸਭ ਤੋਂ ਵੱਡਾ ਰੋਗ ਹੈ। ਕਹਿੰਦੇ ਹਨ ਕਿ ਜਦੋਂ ਰੱਬ ਭੁੱਲ ਜਾਵੇ ਉਦੋਂ ਕਿਹੜੇ ਰੋਗ ਲੱਗਦੇ ਨੇ, ਤੇ ਉਹਨਾਂ ਦੀ ਫਿਰ ਨਿਰਵਿਰਤੀ, ਛੁਟਕਾਰਾ ਕਿਵੇਂ ਹੁੰਦਾ ਹੈ, ਦੂਰ ਕਿਵੇਂ ਹੁੰਦੇ ਨੇ। ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਨਾਨਕ ਕਹਿੰਦੇ ਨੇ ਕਿ ਸਰੀਰ ਨੂੰ ਰੋਗ ਲੱਗ ਜਾਵੇ ਅਸੀਂ ਕਰਲਾ ਉੱਠਦੇ ਹਾਂ, ਪਰ ਜਿਹੜੇ ਸਾਈਂ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੜਨ ਦਾ ਰੋਗ ਲੱਗਿਆ ਹੈ ਉਹਦੀ ਸਮਝ ਵਿਰਲੇ ਵਿਰਲੇ ਨੂੰ ਪੈਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਰੋਗ ਇਹ ਲੱਗ ਗਿਆ ਜਿਸ ਦਿਨ ਤੇਰਾ ਪਰਮਾਤਮਾ ਦੇ, ਸਾਈਂ ਦੇ ਚਰਨਾਂ ਤੋਂ ਵਿਛੋੜਾ ਪੈ ਗਿਆ। ਸਭ ਤੋਂ ਪਹਿਲਾਂ ਰੋਗ ਵਿਛੋੜਾ, ਦੂਜਾ ਰੋਗ ਵਿਛੜ ਕੇ ਪਰਮਾਤਮਾ ਤੋਂ ਜਿਹੜੀ ਤ੍ਰਿਸ਼ਨਾ ਤੇਰੇ ਅੰਦਰ ਨੂੰ ਚੰਬੜੀ ਹੈ, ਤੇਰੇ ਅੰਦਰ ਨੂੰ ਸੰਤੋਖ ਨਹੀਂ, ਇਹ ਤੇਰੇ ਅੰਦਰ ਦੀ ਭੁੱਖ ਦੂਜਾ ਰੋਗ ਹੈ। ਤੀਜਾ ਰੋਗ ਹੈ ਮੌਤ ਤੇ ਜਮਦੂਤ ਦਾ। ਚੌਥਾ ਰੋਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਨੂੰ ਲੱਗ ਜਾਏ। ਸਤਿਗੁਰੂ ਪੁੱਛ ਗਏ ਕਿ ਇਹ ਰੋਗ ਕਿਸ ਤਰ੍ਹਾਂ ਲੱਗ ਗਏ, ਕੀ ਕਾਰਨ ਸੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖਸਮ ਵਿਸਾਰ ਕੀਏ ਰਸ ਭੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਪਰਮਾਤਮਾ ਭੁੱਲ ਗਿਆ, ਪਰਮਾਤਮਾ ਦਾ ਨਾਮ ਭੁੱਲ ਗਿਆ, ਸਰੀਰ ਨੂੰ, ਮਨ ਨੂੰ ਰੋਗ ਚਿੰਬੜ ਗਏ। ਕਹਿੰਦੇ ਹਨ ਕਿ ਪਰਮੇਸ਼ਰ ਨੂੰ ਭੁੱਲਣਾ, ਪਰਮਾਤਮਾ ਨੂੰ ਭੁੱਲਣਾ ਹੀ ਸਭ ਤੋਂ ਵੱਡਾ ਰੋਗ ਹੈ। ਤੇ ਆਮ ਤੌਰ 'ਤੇ ਸਾਡੇ ਵਰਗੇ ਬੰਦੇ, ਜਾਂ ਕਹਿ ਲਓ ਕਿ ਜਿਵੇਂ ਆਪਾਂ ਰਹਿੰਦੇ ਹਾਂ, ਸਾਨੂੰ ਇਹ ਰੋਗ ਪਾਉਂਦਾ ਨਹੀਂ, ਕਿਉਂਕਿ ਅਸੀਂ ਪਰਮਾਤਮਾ ਨਾਲ ਜੁੜੇ ਹੀ ਨਹੀਂ। ਜੇ ਕੋਈ ਜੁੜਿਆ ਹੋਵੇ ਟੁੱਟੂ ਤਾਂ ਹੀ ਨਾ। ਇਹ ਬਾਹਰੀ ਕਰਮ ਕਰਨੇ ਜੋ ਆਪਾਂ ਕਰਦੇ ਹਾਂ, ਤੁਸੀਂ ਤੇ ਮੈਂ, ਹੋ ਸਕਦਾ ਪਰਮਾਤਮਾ ਦੀ ਨਜ਼ਰ ਦੇ ਵਿੱਚ ਇਹ ਪ੍ਰਵਾਨ ਨਾ ਹੋਣ, ਕਿਉਂਕਿ ਪਰਮਾਤਮਾ ਪ੍ਰੇਮ ਦਾ ਭੁੱਖਾ ਹੈ। ਪਰਮਾਤਮਾ ਪੈਸੇ ਦਾ ਭੁੱਖਾ ਨਹੀਂ, ਪਰਮਾਤਮਾ ਸਾਡੇ ਪੈਸੇ ਲੀੜੇ ਦਾ ਭੁੱਖਾ ਨਹੀਂ। ਪਰਮਾਤਮਾ ਇਹ ਨਹੀਂ ਦੇਖਦਾ ਕਿ ਕੋਈ ਵੱਧ ਅਮੀਰ ਹੈ ਉਹ ਮੈਨੂੰ ਵੱਧ ਦਾਨ ਦਿੰਦਾ, ਨਹੀਂ ਪਿਆਰਿਓ। ਪਰਮਾਤਮਾ ਪ੍ਰੇਮ ਦਾ ਭੁੱਖਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਕਾਲ ਉਸਤਤ ਦੀ ਬਾਣੀ ਦੇ ਵਿੱਚ ਵੀ ਰਚਦੇ ਨੇ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਨਹੀਂ ਕਿ ਪੈਸਿਆਂ ਦਾ ਟਰੱਕ ਭਰ ਕੇ ਗੁਰੂ ਘਰ ਦੇ ਜਾਵੇ ਕਿ ਪਰਮਾਤਮਾ ਨੂੰ ਮਿਲ ਜਾਵੇਗਾ, ਨਹੀਂ ਪਿਆਰਿਓ, ਬੜੀ ਵੱਡੀ ਖੇਡ ਹੈ।
ਫਿਰ ਆਏਂ ਤਾਂ ਅਮੀਰਾਂ ਦੇ ਕੋਲ ਰੱਬ ਹੋਣਾ ਸੀ, ਜਿਹੜੇ ਗਰੀਬ ਸੀ ਉਹਨਾਂ ਕੋਲ ਤਾਂ ਰੱਬ ਹੀ ਨਹੀਂ ਹੋਣਾ ਸੀ। ਨਹੀਂ ਪਿਆਰਿਓ, ਰੱਬ ਆਮ ਤੌਰ 'ਤੇ ਮਿਲਦਾ ਹੀ ਸੰਤੋਖ ਤੇ ਸਬਰ ਦੇ ਨਾਲ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਵਿਜੋਗ ਦਾ ਅਰਥ ਹੁੰਦਾ ਹੈ ਵਿਛੋੜਾ। ਜਦੋਂ ਪਰਮਾਤਮਾ ਦੇ ਸਾਈਂ ਦੇ ਚਰਨਾਂ ਤੋਂ ਬੇਮੁਖ ਹੋ ਗਿਆ ਤਾਂ ਪਿਆਰਿਆਂ ਇਹ ਜਨਮ ਵਿੱਚ ਰੋਗ ਨਹੀਂ ਮਿਟਣੇ। ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ। ਤੇਰੇ ਸਰੀਰ ਨੂੰ ਕੋਈ ਦੁੱਖ ਲੱਗ ਗਿਆ, ਰੋਗ ਲੱਗ ਗਿਆ, ਮਹੀਨਾ 2 ਮਹੀਨੇ, ਸਾਲਾਂ ਦੇ ਵਿੱਚ ਮੁੱਕ ਜਾਵੇਗਾ, ਖਤਮ ਹੋ ਜਾਵੇਗਾ। ਇਹ ਦਵਾਈ ਦੱਲੇ ਨੇ ਜਿਹੜੇ ਸੰਸਾਰ ਦੇ ਵਿੱਚ ਵੈਦ ਹਕੀਮ ਨੇ, ਤੇਰੇ ਰੋਗ ਨੂੰ ਖਤਮ ਕਰ ਸਕਦੇ ਨੇ। ਪਰ ਜਿਹੜਾ ਮਨ ਦਾ ਰੋਗ ਹੈ, ਵਿਛੜਨ ਦਾ ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਨਮਾਂ ਤੱਕ ਚੱਲਦਾ ਰਹਿੰਦਾ ਹੈ। ਬੰਦਾ ਕਰਲਾਉਂਦਾ ਹੈ ਬਾਅਦ ਦੇ ਵਿੱਚ। ਤੇ ਪਤਾ ਨਹੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿੰਨਾ ਕੁ ਸਮਾਂ ਲੱਗ ਜਾਵੇਗਾ ਫਿਰ ਇਹ ਰੋਗ ਦੂਰ ਹੋਣ ਤੋਂ। ਕਦੀ ਜੀਵਨ ਪੜ੍ਹ ਕੇ ਦੇਖੀਏ ਭਾਈ ਮਾਨ ਸਿੰਘ ਜੀ ਦਾ। ਭਾਵੇਂ ਮੇਰੇ ਸਾਹਿਬ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕਰੀ, ਪਰ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਿੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 12 ਨੇ ਗੁਰਬਾਣੀ ਨੂੰ ਸਮਝਣ ਦੇ ਲਈ ਪਹਿਲਾਂ ਪੜ੍ਹਨੀਆਂ ਪੈਂਦੀਆਂ। ਗੁਰਬਾਣੀ ਸਮਝ ਫੇਰ ਲੱਗਦੀ ਹੈ, ਸੌਖੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਜਦੋਂ ਸਿੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਤਾਂ ਉਸ ਵੇਲੇ ਇਸ ਦੇ ਅੰਦਰ ਰੱਬ ਲੀਨ ਹੁੰਦਾ ਹੈ। ਕਹਿੰਦੇ ਹਨ ਕਿ ਉਸ ਸਮੇਂ ਇਹਦੇ ਅੰਦਰ ਖੇੜਾ ਵੀ ਹੁੰਦਾ ਹੈ ਬੰਦੇ ਦੇ ਅੰਦਰ। ਜਿਸ ਦਿਨ ਬੰਦੇ ਦੇ ਅੰਦਰ ਪਰਮਾਤਮਾ ਤੋਂ ਦੂਰ ਹੋਣ ਦੀ ਖਾਹਿਸ਼ ਪੈਦਾ ਹੋ ਗਈ, ਪਿਆਰੇ, ਉਸ ਸਮੇਂ ਨਾ ਤਾਂ ਰੱਬ ਰਹਿੰਦਾ ਹੈ, ਨਾ ਬੰਦੇ ਦੇ ਅੰਦਰ ਖੇੜਾ ਰਹਿੰਦਾ ਹੈ, ਨਾ ਉਹਦੇ ਅੰਦਰ ਖੁਸ਼ਬੂ ਰਹਿੰਦੀ ਹੈ। ਤੇਰੇ ਚਰਨਾਂ ਦੇ ਨਾਲ ਟੁੱਟਿਆ ਤਾਂ ਨਾਮ ਦਾ ਰਸ ਚਲਿਆ ਗਿਆ, ਜਿਸ ਕਰਕੇ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ। ਉਸ ਦਿਨ ਤੇਰਾ ਸਾਥੀ ਕੋਈ ਨਹੀਂ ਬਣਿਆ। ਕਹਿੰਦੇ ਹਨ ਕਿ ਪ੍ਰਮਾਤਮਾ ਜਿਸ ਦਿਨ ਤੇਰੇ ਕੋਲੋਂ ਮੂੰਹ ਫੇਰ ਲਿਆ, ਉਸ ਦਿਨ ਕੋਈ ਸਾਥੀ ਨਹੀਂ, ਸਾਰੇ ਹੀ ਦੁਸ਼ਮਣ ਲੱਗਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਭਾਈ ਮਾਨ ਸਿੰਘ ਜੀ ਚੱਲੇ ਨੇ। ਅਖੀਰ ਤੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਏ, ਗੁਰਮੁਖ ਕੁਝ ਸਿੱਖ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਅਖੀਰਲੇ ਸਮੇਂ ਵਿੱਚ ਸਤਿਗੁਰੂ ਦੀ ਗੋਦ ਨਸੀਬ ਹੋਈ। ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਸੀ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਗੁਰੂ ਦੀ ਗੋਦ ਨਸੀਬ ਹੋਈ। ਤਕਰੀਬਨ 53 ਸਾਲ ਭਾਈ ਮਰਦਾਨਾ ਜੀ ਬਾਬੇ ਨਾਨਕ ਦੇ ਨਾਲ ਰਹੇ, ਉਹਨਾਂ ਦੇ ਸਾਥੀ ਬਣੇ, ਕੀਰਤਨ ਕਰਿਆ ਆਪਣੀ ਰਬਾਬ ਦੇ ਨਾਲ। ਤੇ ਉਦੋਂ ਬਾਅਦ ਸਿੱਖ ਹੋਏ ਨੇ ਭਾਈ ਮੋਹਨ ਜੀ ਤੇ ਭਾਈ ਗੋਪਾਲ ਜੀ। ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਹੋਈ। ਇਹਨਾਂ 2 ਸਿੱਖਾਂ ਦੇ ਪ੍ਰਾਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਨਿਕਲੇ। ਇਹਨਾਂ ਤੋਂ ਅੱਗੇ ਫਿਰ ਸਿੱਖ ਹੋਏ ਨੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਅੰਤਲੇ ਸਮੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਕੋਲ ਨੇ। ਇਸ ਤੋਂ ਅੱਗੇ ਹਨ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗੇ। ਇਸ ਤੋਂ ਅੱਗੇ ਫਿਰ ਜ਼ਿਕਰ ਆਉਂਦਾ ਹੈ ਭਾਈ ਮੁਗਲੂ ਜੀ ਦਾ, ਜਿਹੜੇ ਪਹਿਲੀ ਜੰਗ ਦੇ ਵਿੱਚ ਲੜੇ ਸਨ। ਜਦੋਂ ਜਿੱਤ ਕੇ ਆਏ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮੁਗਲੂ ਕੁਝ ਮੰਗ ਲੈ। ਹੱਥ ਜੋੜ ਕੇ ਭਾਈ ਮੁਗਲੂ ਕਹਿੰਦਾ ਹੈ ਕਿ
ਗੁਰੂ ਪਾਤਸ਼ਾਹ ਜੀ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜੇ ਖੁਸ਼ ਹੋਏ ਹੋ ਇੱਕ ਕਿਰਪਾ ਕਰੋ, ਜਦੋਂ ਮੈਂ ਦੁਨੀਆ ਤੋਂ ਕੂਚ ਕਰਾਂ ਤੁਸੀਂ ਮੇਰੇ ਕੋਲ ਬੈਠੇ ਹੋ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਚੁੱਪ ਕਰ ਗਏ। ਜਦੋਂ ਭਾਈ ਮੁਗਲੂ ਦਾ ਅੰਤਮ ਸਮਾਂ ਆਇਆ, ਜਦੋਂ ਸੱਚੇ ਪਾਤਸ਼ਾਹ ਜੀ ਪਹੁੰਚੇ ਤਾਂ ਭਾਈ ਮੁਗਲੂ ਦਾ ਅੰਤਮ ਸਮਾਂ ਸੀ। ਉਦੋਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 9ਵੇਂ ਜੋਤ ਦੇ ਵਿੱਚ ਭਾਈ ਮੁਗਲੂ ਨੂੰ ਦਰਸ਼ਨ ਦਿੱਤੇ। ਗੁਰਮੁਖ ਮੈਂ ਭਾਈ ਮਾਨ ਸਿੰਘ ਦਾ ਜ਼ਿਕਰ ਕਰ ਰਿਹਾ ਸੀ। ਭਾਈ ਮਾਨ ਸਿੰਘ ਕਿੰਨਾ ਬੜਭਾਗਾ ਹੋਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪਏ ਹਨ। ਕਲਗੀ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਦੇ ਸਿਰ ਤੇ ਪਿਆਰ ਦੇ ਨਾਲ ਹੱਥ ਨਹੀਂ ਰੱਖਿਆ, ਆਪਣੇ ਬੱਚਿਆਂ ਦੇ ਸਰੀਰ ਤੇ ਬਸਤਰ ਨਹੀਂ ਪਾਇਆ ਤੇ ਆਪਣੇ ਪੁੱਤਰ ਨੂੰ ਇੱਕੋ ਗੱਲ ਕਹੀ ਸੀ ਕਿ ਬੇਟਾ, ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਿਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ। ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ ਕਿ ਬੇਟਾ, ਹਰ ਬਾਪ ਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਡਾਕਟਰ ਬਣੇ, ਮੇਰਾ ਪੁੱਤ ਇੰਜੀਨੀਅਰ ਬਣੇ, ਪਰ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਖਾਸ਼ ਕੀ ਹੈ ਕਿ ਮੇਰਾ ਇੱਕੋ ਇੱਕ ਪੁੱਤ ਕੋਲ ਹੈ, ਦੋ ਚਲੇ ਗਏ, ਇੱਕ ਜੰਗ ਦੇ ਵਿੱਚ ਸ਼ਹੀਦ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਨੇ ਕਿ ਖਾਸ਼ ਹੈ ਤੁਮੇ तेग चलाते हुए देखूं, हम आँख में तुम्हें वर्षी खाते हुए देखूं। ਭਾਈ ਮਾਨ ਸਿੰਘ ਜੀ ਨੂੰ ਵਿਛੋੜੇ ਨੇ ਤੜਪਾਇਆ। ਕਹਿੰਦੇ ਹਨ ਕਿ ਭਾਈ ਮਾਨ ਸਿੰਘ ਜੀ ਕਰਮਖੰਡ ਦੇ ਵਾਸੀ ਸਨ। ਅੱਖਾਂ ਖੋਲ ਕੇ ਇੱਕੋ ਗੱਲ ਕਹੀ ਕਿ ਚਿੱਠੀ ਤੇ ਲਿਖਿਆ ਸੀ ਪਾਤਸ਼ਾਹ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬਸ ਉਸ ਚਿੱਠੀ ਸਾਡੇ ਅੰਦਰੋਂ ਨੂੰ ਸਕੂਨ ਨਹੀਂ ਦੇਣ ਦਿੰਦੀ। ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਕਿ ਦੇਖ ਬੇਮੁਖ ਹੋ ਜਾਏਗਾ, ਕਈ ਜਨਮਾਂ ਦੇ ਵਿਛੋੜੇ ਪੈਣਗੇ। ਤੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਉਹਨਾਂ ਦੇ ਅੰਦਰ ਨੂੰ ਟਿਕਾ ਨਹੀਂ ਪਿਆਰਿਆਂ। ਜਦੋਂ ਅੰਤਲਾ ਸਮਾਂ ਆਵੇਗਾ, ਜਿਨ੍ਹਾਂ ਦੀ ਖਾਤਰ ਗੁਰੂ ਤੋਂ ਬੇਮੁਖ ਹੋਇਆ ਸੀ, ਗੁਰੂ ਦੇ ਰਸ ਭੋਗ ਰਿਹਾ ਸੀ, ਸੰਸਾਰ ਦੇ ਰਸ ਭੋਗ ਰਿਹਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖਿਨਮੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਤਨੇ ਵੀ ਤੂੰ ਮਾਇਆ ਦੇ ਭੋਗ ਭੋਗੇ ਹਨ, ਪਦਾਰਥ ਸਨ, ਜਿਨ੍ਹਾਂ ਕਰਕੇ ਇੱਕ ਖਿੰਡ ਦੇ ਵਿੱਚ ਉਹ ਸਾਰੇ ਕੌੜੇ ਹੋ ਜਾਣਗੇ। ਜਿਨ੍ਹਾਂ ਕਰਕੇ ਤੂੰ ਪ੍ਰਮਾਤਮਾ ਨੂੰ ਛੱਡਿਆ ਸੀ, ਉਹ ਕਿਵੇਂ ਕੌੜੇ ਹੋ ਗਏ। ਮੂੰਹ ਕਾਇਮ ਹੈ, ਸਭ ਕੁਝ ਸਰਾਹਾਣੇ ਪਿਆ ਹੈ, ਪਰ ਅੰਦਰ ਖਾਣ ਦੀ ਤਾਕਤ ਨਹੀਂ। ਆਖਰੀ ਸਮੇਂ ਤੇ ਸਰੀਰ ਦੇ ਅੰਗ ਜਵਾਬ ਦੇ ਗਏ। ਅੰਦਰੋਂ ਹੰਸ ਸੀ ਜਿਹੜਾ ਉਹ ਉਡਾਰੀ ਮਾਰ ਗਿਆ। ਹੁਣ ਜਦੋਂ ਤਰਲੇ ਲੈਂਦਾ ਹੈ ਬੰਦਾ ਕਿ ਮੇਰਾ ਕੋਈ ਹੈ, ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰ ਕਹਿੰਦੇ ਨੇ ਕਿ ਵਿੱਚ ਨਾ ਕੋਈ ਕਰ ਸਕੇ, ਕਿਸ ਥੈ ਰੋਵੈ ਰੋਜ਼। ਹੁਣ ਜਿੰਨਾ ਮਰਜ਼ੀ ਰੋਈ ਜਾਈ, ਕਲਪੀ ਜਾਈ, ਹੁਣ ਤੇਰਾ ਕੋਈ ਵਿਚੋਲਾ ਵੀ ਬਣ ਜਾਵੇ, ਉਹ ਵੀ ਤੈਨੂੰ ਨਹੀਂ ਛਡਾ ਸਕਦਾ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ। ਕੱਤੇ ਦੇ ਮਹੀਨੇ ਦੀ ਆਰੰਭਤਾ ਵਿੱਚ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ। ਕਹਿੰਦੇ ਹਨ ਪਾਤਸ਼ਾਹ ਜੀ ਕਿ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਜੋ ਧੁਰ ਦਰਗਾਹ ਤੋਂ ਲਿਖਿਆ ਹੈ, ਹੁਣ ਪਿਆਰਿਆ ਕੋਈ ਕੀ ਕਰ ਸਕਦਾ ਹੈ।
ਪਰ ਪਿਆਰੇ ਇੱਕ ਰਸਤਾ ਤੈਨੂੰ ਦੱਸ ਦਿੱਤਾ, ਕਹਿੰਦੇ ਹਨ ਕਿ ਉਹ ਤੈਨੂੰ ਬਚਾ ਸਕਦਾ ਹੈ। ਸਤਿਗੁਰੂ ਨੂੰ ਪੁੱਛੀਏ ਕਿ ਪਾਤਸ਼ਾਹ ਕਿਹੜਾ ਰਸਤਾ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਕਹਿੰਦੇ ਨੇ ਕਿ ਬੜਾ ਭਾਗੀ ਮੇਰਾ ਪ੍ਰਭ ਮਿਲੇ, ਜਿਸ ਤੋਂ ਵਿਛੜਿਆ ਹੈ ਗੁਰੂ ਕਿਰਪਾ ਕਰੇ, ਉਹ ਗੁਰੂ ਤੈਨੂੰ ਮਿਲ ਜਾਵੇ। ਫਿਰ ਹੋਵੇਗਾ ਕਿ ਪਿਆਰਿਓ, ਤਾਂ ਉਤਰਿਓ ਸਭ ਵਿਯੋਗ। ਜਿਹੜੇ ਵਿਛੋੜੇ ਦਾ ਦੁੱਖ ਹੈ ਇਹ ਬਖਸ਼ਿਆ ਜਾ ਸਕਦਾ ਹੈ। ਕੇਵਲ ਇੱਕੋ ਰਸਤਾ ਹੈ, ਹੋਰ ਕੋਈ ਰਸਤਾ ਹੀ ਨਹੀਂ। ਆਮ ਤੌਰ 'ਤੇ ਕਿਸੇ ਦੇ ਸਰੀਰ ਨੂੰ ਕੋਈ ਤਨ ਨੂੰ ਰੋਗ ਲੱਗ ਜਾਵੇ, ਬੰਦਾ ਥਾਂ ਥਾਂ 'ਤੇ ਭਟਕਦਾ ਹੈ, ਜਿੱਧਰ ਕਿਸੇ ਨੇ ਕਹਿ ਦਿੱਤਾ ਚਲਿਆ ਗਿਆ। ਪਰ ਜਦੋਂ ਆਖਰੀ ਸਮਾਂ ਹੋਵੇ ਤਾਂ ਬੰਦਾ ਕਿਸੇ ਨੇ ਦੱਸ ਪਾ ਦਿੱਤੀ ਕਿ ਆਖਰੀ ਇੱਕ ਹੀ ਰਸਤਾ ਹੈ, ਜੇ ਤੂੰ ਇਹ ਕਰ ਸਕਦਾ ਹੈ ਤੇਰਾ ਬਚਾਅ ਹੋ ਸਕਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਵਿਛੋੜੇ ਦਾ ਜਿਹੜਾ ਰੋਗ ਹੈ ਬੜਾ ਗੰਭੀਰ ਹੈ। ਕੇਵਲ ਇੱਕ ਰਸਤਾ ਹੈ, ਜੇ ਤੂੰ ਇਹ ਕਰ ਲਵੇਂ ਤੂੰ ਬਚ ਸਕਦਾ ਹੈ ਤੇ ਤੇਰਾ ਬਚਾਅ ਹੋ ਸਕਦਾ ਹੈ। ਸਾਹਿਬ ਕਹਿੰਦੇ ਹਨ ਕਿ ਫਿਰ ਜਦੋਂ ਤੈਨੂੰ ਗੁਰੂ ਮਿਲੇ ਉਹਦੇ ਚਰਨ ਫੜ ਲਈ ਗੁਰੂ ਦੇ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਜ। ਹੇ ਮੇਰੇ ਵਾਹਿਗੁਰੂ ਕਿਰਪਾ ਕਰੀ, ਮੇਰੇ ਕਰਮ ਕੀਤੇ ਹੋਏ ਚੰਗੇ ਨਹੀਂ। ਕਰਮ ਕਰਕੇ ਤਾਂ ਵੀ ਨਾ ਕਹਿ ਕਿ ਬੰਦਾ ਫਸ ਜਾਂਦਾ ਹੈ, ਮੈਂ ਮਾੜੇ ਕਰਮ ਕਰੇ ਨੇ। ਸਾਹਿਬ ਕਹਿੰਦੇ ਹਨ ਕਿ ਕਈ ਵਾਰ ਚੰਗੇ ਕਰਮ ਕਰਕੇ ਵੀ ਬੰਦਾ ਫਸ ਜਾਂਦਾ ਹੈ। ਗੁਰਮੁਖੋ ਦਾਨ ਕਰਨਾ ਕੋਈ ਮਾੜਾ ਕੰਮ ਨਹੀਂ ਹੈ। ਸਾਹਿਬ ਕਹਿੰਦੇ ਹਨ ਕਿ ਕਰਮ ਚੰਗਾ ਸੀ ਪਰ ਵਿੱਚ ਹੰਕਾਰ ਆ ਗਿਆ। ਦਾਤਾ ਕਿਹੜਾ ਕਰਮ ਕਰੀਏ ਫਿਰ ਅਸੀਂ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਰਿਆਂ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਜਿਹੜਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲਹਿਣਾ। ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਤੋਂ ਸ੍ਰੇਸ਼ਟ ਜਿਹੜਾ ਕੰਮ ਹੈ, ਕਰਮ ਹੈ, ਸਾਈਂ ਦੇ ਚਰਨਾਂ ਦੇ ਵਿੱਚ ਚੰਗੇ ਕਰਮ ਕਰਕੇ ਵੀ ਕਹਿ ਕੇ ਮੇਰਾ ਚੰਗਾ ਕਰਮ ਨਹੀਂ ਹੈ। ਭਾਈ ਗੁਰਦਾਸ ਜੀ ਨੇ ਇਹ ਆਪਣੇ ਕਵਿਤ ਦੇ ਵਿੱਚ ਕਿਹਾ ਕਿ ਜਦੋਂ ਮੈਂ ਆਪਣੇ ਕੰਮਾਂ ਦੇ ਬਲ ਝਾਤੀ ਮਾਰਾਂ ਤਾਂ ਮੇਰੇ ਦਾਤਿਆ ਲੋਕ ਕਹਿੰਦੇ ਹਨ ਕਿ ਮੈਂ ਮਾੜੇ ਕਰਮ ਵਾਲੇ ਨੂੰ ਨਰਕਾਂ ਵਿੱਚ ਢੋਈ ਨਹੀਂ ਮਿਲਦੀ। ਪਰ ਜਦੋਂ ਮੈਂ ਕਰਮਾਂ ਵੱਲ ਝਾਤੀ ਮਾਰਦਾ ਹਾਂ, ਆਪਣੇ ਕੀਤੇ ਕੰਮਾਂ ਵੱਲ ਝਾਤੀ ਮਾਰਦਾ ਹਾਂ, ਦੇਖਦਾ ਹਾਂ, ਤਾਂ ਸੋਚਦਾ ਹਾਂ ਕਿ ਪਾਪੀਆਂ ਨੂੰ ਤਾਂ ਨਰਕ ਵਿੱਚ ਜਗ੍ਹਾ ਮਿਲ ਜਾਵੇਗੀ, ਪਰ ਮੇਰੇ ਲਈ ਤਾਂ ਨਰਕਾਂ ਵਿੱਚ ਵੀ ਕੋਈ ਜਗ੍ਹਾ ਨਹੀਂ ਹੋਣੀ, ਕਿਉਂਕਿ ਕੰਮ ਹੀ ਇੰਨੇ ਮਾੜੇ ਕਰੇ ਨੇ। ਇਹ ਭਾਈ ਗੁਰਦਾਸ ਜੀ ਆਪਣੇ ਲਈ ਨਹੀਂ ਕਹਿ ਰਹੇ, ਇਹ ਸਾਡੇ ਸਭ ਵਾਸਤੇ ਕਹਿ ਰਹੇ ਨੇ। ਕਿਉਂਕਿ ਭਾਈ ਗੁਰਦਾਸ ਜੀ ਤਾਂ ਬਹੁਤ ਸੁਲਝੇ ਹੋਏ ਗੁਰਸਿੱਖ ਸਨ, ਗੁਰੂ ਦੇ ਪਿਆਰੇ ਸਿੱਖ ਸਨ। ਬਹੁਤ ਵੱਡੀ ਦੇਣ ਹੈ ਸਿੱਖ ਕੌਮ ਨੂੰ ਭਾਈ ਗੁਰਦਾਸ ਜੀ ਦੀ। ਕਿਉਂਕਿ ਜਿਹੜਾ ਕਵੀ ਹੁੰਦਾ ਉਹ ਢਕਾਉਂਦਾ ਗੱਲ ਆਪਣੇ 'ਤੇ ਹੁੰਦਾ, ਪਰ ਕਹਿੰਦਾ ਸਭ ਨੂੰ ਹੁੰਦਾ ਹੈ। ਹੁਣ ਅਸੀਂ ਆਪੋ ਆਪਣੇ ਚਿੱਤ ਦੇ ਵਿੱਚ ਇਹ ਧਾਰ ਕੇ ਦੇਖਣਾ ਕਿ ਅਸੀਂ ਕਰਮ ਕਿੰਨੇ ਕੁ ਮਾੜੇ ਕਰੇ ਨੇ। ਜੇ ਕਰੇ ਨੇ ਗੁਰੂ ਫਿਰ ਵੀ ਬਖਸ਼ਣਹਾਰ ਹੈ, ਅੱਗੇ ਵਾਸਤੇ ਬਖਸ਼ ਦੇਵੇਗਾ। ਪਰ ਹਾਂ, ਹੁਣ ਨਾ ਕਰੀ। ਜੇ ਹੁਣ ਵੀ ਕਰੇਗਾ ਗੁਰੂ ਤੋਂ ਮਾਫੀਆਂ ਵੀ ਮੰਗੀ ਜਾਈ, ਫਿਰ ਕੋਈ ਫਾਇਦਾ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪਾਪੀਆਂ ਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਮਿਲ ਜਾਵੇਗੀ ਖੜਨ ਜੋਗੀ, ਪਰ ਕਹਿੰਦੇ ਨੇ ਕਿ ਮੈਂ ਤਾਂ ਉਹਨਾਂ ਤੋਂ ਵੀ ਭੈੜੇ ਕੰਮ ਕਰੇ ਨੇ, ਮੈਨੂੰ ਕਿੱਥੇ ਜਗ੍ਹਾ ਮਿਲੇਗੀ। ਸਤਿਗੁਰੂ ਨੂੰ ਬੇਨਤੀ ਕਰੀਏ ਕਿ ਪਾਤਸ਼ਾਹ ਸਾਨੂੰ ਰੱਖ ਲਓ। ਸਾਹਿਬ ਫਿਰ ਆਖਰੀ ਬਚਨ ਕਹਿੰਦੇ ਨੇ ਕਿ ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਪਾਤਸ਼ਾਹ ਜੀ ਕਹਿੰਦੇ ਨੇ ਅੱਜ ਦੇ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦੇ ਹਾਂ ਕਿ ਜਿਹੜੀ ਤੈਨੂੰ ਚਿੰਤਾ ਲੱਗੀ ਹੈ, ਕਤਕ ਦੇ ਮਹੀਨੇ ਵਿੱਚ ਸਾਧ ਸੰਗਤ ਕਰਿਆ ਕਰ, ਗੁਰੂ ਦੀ ਸੰਗਤ ਕਰਿਆ ਕਰ। ਦੇਖੋ ਸੰਗਤ ਦੇ ਵਿੱਚ ਫਰਕ ਹੁੰਦਾ, ਇਕੱਠ ਦੇ ਵਿੱਚ ਵੀ ਫਰਕ ਹੁੰਦਾ। ਹੁਣ ਤੁਸੀਂ ਇਹ ਕਹਿ ਦੇਵੋ ਕਿ
ਚਾਰ ਬੰਦੇ ਬੈਠੇ ਹੁਣ ਸੰਗਤ ਹੁੰਦੀ ਹੈ। ਨਹੀਂ ਪਿਆਰਿਓ, ਜਿੱਥੇ ਗੁਰੂ ਦੀ ਗੱਲ ਚੱਲਦੀ ਹੋਵੇ ਸੰਗਤ ਉਹ ਹੁੰਦੀ ਹੈ। ਸੱਥ ਦੇ ਵਿੱਚ ਵੀ ਬੰਦੇ ਬੈਠੇ ਨੇ ਕਿ ਸੱਥ ਨੂੰ ਆਪਾਂ ਸੰਗਤ ਕਹਿ ਸਕਦੇ ਹਾਂ? ਬਿਲਕੁਲ ਨਹੀਂ। ਜਿੱਥੇ ਗੁਰੂ ਦੇ ਨਾਮ ਦੀ, ਗੁਰੂ ਦੇ ਪਿਆਰ ਦੀ ਗੱਲ ਚੱਲਦੀ ਹੈ ਉਹਨੂੰ ਸੰਗਤ ਕਹਿੰਦੇ ਨੇ। ਚਾਰ ਬੰਦੇ ਬੈਠ ਕੇ ਕਰਦੇ ਨੇ। ਤੇ ਪਾਤਸ਼ਾਹ ਜੀ ਅੱਜ ਕੱਤੇ ਦੇ ਮਹੀਨੇ ਦੀ ਆਰੰਭਤਾ ਦੇ ਵਿੱਚ ਵੀ ਇਹੀ ਬਚਨ ਕਰਦੇ ਨੇ ਕਿ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਕਿ ਤੂੰ ਕੱਤੇ ਦੇ ਮਹੀਨੇ ਵਿੱਚ ਗੁਰੂ ਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਕਰਿਆ ਕਰ। ਫਿਰ ਦੇਖ ਤੇਰੀ ਸੋਚ, ਤੇਰੀ ਚਿੰਤਾ ਸਾਰੀ ਮਿਟ ਜਾਵੇਗੀ। ਜੁੜੇ ਹੋਏ ਕੋਲ ਕਿੰਨੀ ਕੁ ਤਾਕਤ ਹੈ ਪਿਆਰਿਓ। ਗੁਰੂ ਦੇ ਦਰ ਦੇ ਬੜੀ ਰਹਿਮਤ ਵਰਤਦੀ ਹੈ। ਜੇ ਗੁਰੂ ਬਖਸ਼ਿੰਦ ਹੈ, ਇੱਕ ਉਰਦੂ ਦਾ ਵਿਦਵਾਨ ਹੋਇਆ, ਉਹ ਕਹਿੰਦਾ ਹੈ ਕਿ ਜੇ ਮੇਰੇ ਕਰਮ ਕੀਤੇ ਹੋਏ ਮਾੜੇ ਕਰਮ ਨੇ ਤਾਂ ਭੱਜ ਨਾ ਜਾਈ, ਸਤਿਗੁਰੂ ਕਿਰਪਾ ਕਰਨ ਅਸੀਂ ਵੀ ਅੰਦਰੋਂ ਸ਼ਬਦ ਦੇ ਨਾਲ ਜੁੜੀਏ। ਗੁਰੂ ਬਖਸ਼ਣਹਾਰ ਹੈ, ਬਖਸ਼ ਦੇਵੇਗਾ, ਜ਼ਰੂਰ ਬਖਸ਼ੇਗਾ। ਗੁਰਬਾਣੀ ਦੇ ਚਰਨ ਵਿੱਚ ਜੇ ਅਸੀਂ ਦੇਖੀਏ ਤਾਂ ਗੁਰੂ ਇੰਨਾ ਕੁ ਬਖਸ਼ਿੰਦ ਹੈ, ਬਖਸ਼ਣਹਾਰ ਹੈ ਕਿ ਆਖਰੀ ਸਮੇਂ ਤੇ ਵੀ ਗੁਰੂ ਬਖਸ਼ ਦਿੰਦਾ। ਪਰ ਜੇ ਸਾਨੂੰ ਝੁਕਣ ਦੀ ਇਜਾਜ਼ਤ ਆ ਜਾਵੇ। ਆਮ ਤੌਰ 'ਤੇ ਅੱਜ ਕੀ ਦੇਖੀਏ ਤਾਂ ਕਿ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਪਰ ਸਾਰੇ ਅੰਦਰ ਹੰਕਾਰ ਬੜਾ ਹੈ ਪਿਆਰਿਓ। ਨਹੀਂ, ਇਹ ਹੰਕਾਰ ਹੀ ਸਾਰੇ ਦੁੱਖਾਂ ਦੀ ਜਿਹੜੀ ਕਾਰਨ ਹੈ, ਸਾਨੂੰ ਝੁਕਣ ਨਹੀਂ ਦਿੰਦਾ। ਗੁਰੂ ਦੇ ਦਰ ਤੇ ਨਿਮਰਤਾ ਵਾਲਿਆਂ ਨੂੰ ਫਲ ਮਿਲਦੇ ਨੇ। ਇੱਕ ਬੇਨਤੀ ਕਰਕੇ ਆਪਾਂ ਸਮਾਪਤੀ ਕਰਾਂਗੇ, ਕਿਉਂਕਿ ਪਹਿਲਾਂ ਬੇਨਤੀ ਕਰੀ ਸੀ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਮਾੜੇ ਕਰਮ ਨਾ ਕਰੀ। ਹਾਂ, ਜੇ ਚੰਗੇ ਕਰਮ ਕਰਦਾ ਤਾਂ ਵੀ ਤੈਨੂੰ ਕਈ ਵਾਰੀ ਤੇਰੇ ਚੰਗੇ ਕੀਤੇ ਹੋਏ ਕੰਮ ਵੀ ਤੇਰੇ ਮਾੜੇ ਕਰਮ ਬਣ ਜਾਂਦੇ ਨੇ। ਕਿਵੇਂ? ਇੱਕ ਬੇਨਤੀ ਕਰਕੇ ਆਪਾਂ ਸਮਾਪਤੀ ਕਰਾਂਗੇ। ਗੁਰੂ ਦੀ ਬਾਣੀ ਦੇ ਵਿੱਚੋਂ, ਚਾਨਣ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਈ ਵਾਰੀ ਤੇਰੇ ਕੀਤੇ ਹੋਏ ਚੰਗੇ ਕਰਮ ਵੀ ਮਾੜੇ ਬਣ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ ਕਿ ਜਿਵੇਂ ਤੂੰ ਦਾਨ ਕਰਦਾ ਹੈ, ਆਮ ਤੌਰ 'ਤੇ ਜਿਹੜੇ ਦਾਨ ਵਾਲੀ ਜਿਹੜੀ ਇਹ ਭਾਵਨਾ ਹੈ, ਦਾਨ ਇੱਕ ਵੱਡਾ ਆਪਣੇ ਤੋਂ ਛੋਟੇ ਨੂੰ ਕਰਦਾ ਹੁੰਦਾ। ਆਮ ਤੌਰ 'ਤੇ ਆਪਣੀ ਭਾਸ਼ਾ 'ਚ ਆਪਾਂ ਦਾਨ ਹੀ ਕਹਿੰਦੇ ਹਾਂ ਕਿ ਫਲਾਣੇ ਨੇ ਸਿੰਘ ਨੇ ਦਾਨ ਕਰਿਆ, ਫਲਾਣੇ ਨੇ ਆਹ ਦਾਨ ਕਰਿਆ। ਪਰ ਜੇ ਗੁਰਬਾਣੀ ਦੇ ਚਾਨਣ ਵਿੱਚ ਦੇਖਿਆ ਜਾਵੇ ਤਾਂ ਦਾਨ ਹੈ ਜਿਹੜਾ, ਇਹ ਸ਼ਬਦ ਹੈ ਇੱਕ ਵੱਡਾ ਆਪਣੇ ਤੋਂ ਛੋਟੇ ਨੂੰ ਕਹਿ ਲਵੋ, ਜਿਹੜੀ ਚੀਜ਼ ਦਿੰਦਾ ਉਹਨੂੰ ਦਾਨ ਕਹਿੰਦੇ ਨੇ। ਤੇ ਗੁਰੂ ਸਾਡੇ ਤੋਂ ਵੱਡਾ, ਅਸੀਂ ਗੁਰੂ ਨੂੰ ਕੁਝ ਦਾਨ ਨਹੀਂ ਦੇ ਸਕਦੇ। ਗੁਰੂ ਨੂੰ ਭੇਟਾ ਜ਼ਰੂਰ ਦੇ ਸਕਦੇ ਹਾਂ ਆਪਣੀ ਕਮਾਈ ਦੇ ਵਿੱਚ। ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਕਈ ਵਾਰੀ ਤੇਰੇ ਕੀਤੇ ਹੋਏ ਚੰਗੇ ਕਰਮ ਮਾੜੇ ਬਣ ਜਾਂਦੇ ਨੇ। ਕਿਵੇਂ ਬਣਦੇ ਨੇ? ਮੰਨ ਲਵੋ ਗੁਰੂ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਨੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਮੰਨ ਲਵੋ ਕਿ ਕਿਸੇ ਨੇ, ਜਿਵੇਂ ਹਾਥੀ ਹੁੰਦਾ, ਹਾਥੀ ਨੂੰ ਉਹਦਾ ਮੁਹਾਵਤ ਰਖਵਾਲਾ ਉਹਦਾ ਚੰਗੀ ਤਰ੍ਹਾਂ ਮਲ ਮਲ ਕੇ ਨਵਾਉਂਦਾ ਗਾ। ਤੇ ਹਾਥੀ ਨੂੰ ਜਦੋਂ ਨਵਾ ਕੇ ਹਟਦਾ, ਘੰਟਾ 2 ਘੰਟੇ ਲਾ ਕੇ, ਤਾਂ ਹਾਥੀ ਹੈ ਜਿਹੜਾ ਆਪਣੇ ਸੁੰਡ ਦੇ ਨਾਲ ਦੁਬਾਰਾ ਫਿਰ ਚਿੱਕੜ ਭਰ ਕੇ, ਗੰਦਾ ਪਾਣੀ ਭਰ ਕੇ ਆਪਣੇ ਸਰੀਰ 'ਤੇ ਪਾ ਲੈਂਦਾ, ਆਪਣੇ ਚੰਮ 'ਤੇ ਪਾ ਲੈਂਦਾ ਹਾਥੀ। ਫਿਰ ਉਹੇ ਜਿਹਾ ਦੁਬਾਰਾ ਉਹੇ ਜਿਹਾ ਹੀ ਹੋ ਜਾਂਦਾ। ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਮੰਨ ਲਵੋ ਕਿ ਬੰਦਾ ਕੋਈ ਭੇਟਾ ਕਰਨ ਚੱਲਿਆ, ਦਾਨ ਕਰਨ ਚੱਲਿਆ, ਸੌਖੀ ਤਰ੍ਹਾਂ ਸਮਝ ਆ ਜਾਵੇ, ਦਾਨ ਸ਼ਬਦ ਹੀ ਵਰਤਾਂਗੇ ਆਪਾਂ, ਕਿ ਦਾਨ ਕਰਨ ਚੱਲਿਆ ਹੈ ਤੇ ਜਾ ਕੇ ਮਨ ਦੇ ਵਿੱਚ ਹੰਕਾਰ ਆ ਗਿਆ, ਹਉਮੈ ਆ ਗਈ ਕਿ ਆਹ ਚੀਜ਼ ਮੈਂ ਦਿੱਤੀ। ਆਮ ਤੌਰ 'ਤੇ ਕੀ ਹੁੰਦਾ, ਅੱਜ ਵੀ ਇਹੀ ਬਿਰਤੀ ਹੈ ਕਿ ਬੰਦਾ ਕਿਸੇ ਧਾਰਮਿਕ ਸਥਾਨ ਦੇ ਕੋਈ ਚੀਜ਼ ਭੇਟਾ ਕਰ ਦੇਵੇ, ਮਰਨ ਤੱਕ ਬੰਦਾ ਦਾਅਵਾ ਨਹੀਂ ਛੱਡਦਾ ਹੁੰਦਾ ਕਿ ਆਹ ਮੈਂ ਦਾਨ ਕਰਿਆ ਹੈ, ਆਹ ਮੈਂ ਦਾਨ ਕਰਿਆ ਸੀ। ਪਿਆਰ ਜਿੱਥੇ ਮੈਂ ਆ ਜਾਵੇ ਉੱਥੇ ਫਿਰ ਦਾਨ ਵਾਲੀ ਬਿਰਤੀ ਨਹੀਂ ਰਹਿੰਦੀ ਹੁੰਦੀ। ਗੁਰੂ ਨੂੰ ਇੱਕ ਵਾਰੀ ਚੀਜ਼ ਭੇਟਾ ਕਰ ਦਿੱਤੀ ਜਾਵੇ, ਉਹਦੇ ਵਿੱਚੋਂ ਸਾਡਾ ਹੱਕ ਉਸ ਦਿਨ ਹੀ ਮੁੱਕ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਇੱਕ ਹਾਥੀ, ਉਹਦੇ ਰਖਵਾਲੇ ਨੇ, ਮੁਹਾਵਤ ਨੇ ਉਹਨੂੰ ਨਵਾਇਆ, ਸਵਾਰਿਆ, ਉਹੀ ਹਾਥੀ ਦੁਬਾਰਾ ਫਿਰ ਗੰਦੇ ਪਾਣੀ ਦੇ ਵਿੱਚ ਲਿਟਦਾ ਹੈ, ਆਪਣੀ ਸੁੰਡ ਦੇ ਨਾਲ
ਉਸ ਗੰਦੇ ਪਾਣੀ ਨੂੰ ਭਰ ਕੇ ਆਪਣੇ ਸਰੀਰ 'ਤੇ ਫਿਰ ਪਾ ਲਿਆ। ਕੀ ਨਹਾਉਣ ਦਾ ਕੋਈ ਅਰਥ ਹੋਇਆ? ਨਹੀਂ ਪਿਆਰੇ। ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 9ਵੇਂ ਪਾਤਸ਼ਾਹ ਇਹੀ ਕਹਿੰਦੇ ਨੇ ਕਿ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗਮਾਨ। ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਿ ਤੂੰ ਤੀਰਥ ਵੀ ਕਰੇ, ਤੂੰ ਦਾਨ ਵੀ ਕਰੇ, ਪਰ ਮਨ ਦੇ ਵਿੱਚ ਕੀ ਆ ਗਿਆ? ਹੰਕਾਰ ਆ ਗਿਆ। ਹਾਥੀ ਵਾਲੀ ਬਿਰਤੀ ਸਾਡੀ ਬਣ ਗਈ। ਹਾਥੀ ਨੂੰ ਨਵਾਇਆ, ਸਵਾਰਿਆ, ਚੰਗਾ ਕਰਮ ਕਰਿਆ, ਪਰ ਮਾੜਾ ਬਣ ਗਿਆ ਉਹ, ਕਿਉਂਕਿ ਦੁਬਾਰਾ ਹਾਥੀ ਲਿਬੜ ਗਿਆ। ਅਸੀਂ ਘਰੋਂ ਚੱਲੇ ਭੇਟਾ ਕਰਨ, ਗੁਰੂ ਨੂੰ ਅਰਪਣ ਕਰਨ ਆਪਣੀ ਕਮਾਈ ਦੇ ਵਿੱਚੋਂ, ਪਰ ਮਨ ਦੇ ਵਿੱਚ ਫੁਰਨਾ ਉੱਠਿਆ ਕਿ ਮੇਰਾ ਨਾਂ ਨਹੀਂ ਸੁਣਿਆ ਆਪਣੇ ਕੰਨਾਂ ਦੇ ਨਾਲ। ਕਿਉਂਕਿ ਆਮ ਤੌਰ 'ਤੇ ਬੜੀ ਤਰ੍ਹਾਂ ਦੇ ਸੱਜਣ ਮਿਲਦੇ ਨੇ ਵੱਖ ਵੱਖ ਥਾਵਾਂ 'ਤੇ, ਜਿੱਥੇ ਮੈਂ ਜਾਵੇ ਉੱਥੇ ਫਿਰ ਦਾਨ ਦੇ ਉੱਤੋਂ ਦੀ ਉਹ ਹਾਥੀ ਵਾਲੀ ਬਿਰਤੀ ਬਣ ਜਾਂਦੀ ਹੈ। ਸਾਡਾ ਕੀਤਾ ਹੋਇਆ ਚੰਗਾ ਮਾੜਾ ਬਣ ਜਾਂਦਾ ਹੈ। ਪਿਆਰੇ, ਜਦੋਂ ਵੀ ਗੁਰੂ ਨੂੰ ਕੁਝ ਭੇਟਾ ਕਰਨ ਆਉਂਦੇ ਹਾਂ, ਮਨ ਦੇ ਵਿੱਚ ਮੈਂ ਨਾ ਲੈ ਕੇ ਆਈਏ, ਕਿਉਂਕਿ ਦੇਣ ਵਾਲਾ ਉਹੀ ਹੈ। ਜੇ ਉਹ ਨਾ ਦਿੰਦਾ ਫਿਰ ਅਸੀਂ ਕਿਵੇਂ ਦਿੰਦੇ ਅੱਗੇ? ਆਮ ਤੌਰ 'ਤੇ ਹੁਣ ਜਿਵੇਂ ਮੀਂਹ ਪਈ ਜਾਂਦਾ 3-4 ਦਿਨਾਂ ਦਾ, ਜਿਹੜੀ ਫਸਲ ਹੈ ਕਿਸਾਨ ਨੇ ਬੀਜਣਾ, ਬੀਜ ਕੇ ਉਹਦੀ ਪਾਲਣਾ ਕਰਨੀ। ਜਿਹੜਾ ਫਲ ਲਾਉਣਾ ਉਹ ਉਸ ਕੁਦਰਤ ਦਾ ਮਾਲਕ ਦਾ ਕੰਮ ਹੈ। ਫਲ ਵੀ ਲੱਗ ਜਾਵੇਗਾ, ਪਰ ਫਲ ਦੇ ਵਿੱਚ ਜੇ ਰਸ ਨਾ ਭਰਿਆ ਫਿਰ ਉਹ ਫਲ ਲੱਗਿਆ ਕਿਸੇ ਕਿਹੜੇ ਕੰਮ ਹੈ? ਕਿਉਂਕਿ ਰਸ ਪ੍ਰਮਾਤਮਾ ਨੇ ਪਾਉਣਾ ਹੈ। ਜੇ ਉਹਦੀ ਕੁਦਰਤ ਨੇ, ਆਮ ਤੌਰ 'ਤੇ ਬੰਦਾ ਲਾਮੇ ਦੇਣ ਲੱਗ ਜਾਂਦਾ ਕਿ ਮੀਂਹ ਪੈ ਗਿਆ ਫਸਲ ਖਰਾਬ ਹੋ ਜਾਵੇਗੀ। ਨਹੀਂ ਪਿਆਰੇ, ਜੇ ਉਹ ਦੇਣ ਵਾਲਾ ਸਭ ਨੂੰ ਫਿਕਰ ਹੈ, ਉਹ ਦੇਖਦਾ ਹੈ। ਅਸੀਂ ਇੱਕ ਆਪਣੇ ਬਾਰੇ ਸੋਚਦੇ ਹਾਂ, ਸਭ ਬਾਰੇ ਸੋਚਦਾ, ਉਹਦੇ ਮਾੜੇ ਵਿੱਚ ਵੀ ਚੰਗਾ ਕੀਤਾ ਹੁੰਦਾ। ਸਾਡੀਆਂ ਅੱਖਾਂ ਨੂੰ ਮਾੜਾ ਲੱਗਦਾ, ਪਰ ਨਹੀਂ, ਲੁਕਾਈ ਹੈ ਸਾਡੀਆਂ ਅੱਖਾਂ ਨੂੰ ਉਹ ਪਾਉਂਦਾ ਨਹੀਂ, ਦਿਸਦਾ ਨਹੀਂ ਜੋ ਉਹਦੇ ਆਪਣੇ ਕਰਮ ਹੁੰਦੇ ਨੇ। ਕੱਤਕ ਦਾ ਮਹੀਨਾ ਆਰੰਭ ਹੋਇਆ, ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਕੱਤਕ ਦੇ ਮਹੀਨੇ ਵਿੱਚ ਵੀ ਸਤਿਗੁਰੂ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ।